अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸਐਮਐਸ ਪੰਜਾਬੀ। ਲੋ ਜੀ ਆਰਾਮ ਨਾਲ ਬਹਿ ਜਾਓ ਤੇ ਸੀਟ ਬੈਲਟ ਬੰਨ ਲਵੋ ਕਿਉਂਕਿ ਖਬਰਾਂ ਬਹੁਤ ਨੇ ਤੇ ਇੱਕ ਇੱਕ ਕਰਕੇ ਅਸੀਂ ਜਾਵਾਂਗੇ ਤੇ ਜਿੱਥੇ ਲਤਰੋਲ ਬਣਦੀ ਹੋਈ ਲਤਰੋਲ ਕਰਦੇ ਜਾਵਾਂਗੇ, ਜਿੱਥੇ ਚਿਤਰੋਲ ਬਣਦੀ ਹੋਈ ਚਿਤਰੋਲ ਕਰਦੇ ਜਾਵਾਂਗੇ। ਤੇ ਲੋ ਜੀ ਪਹਿਲੀ ਜਿਹੜੀ ਨਿਊਜ਼ ਆ ਉਹ ਤਾਂ ਆਹੀ ਆ ਕਿ ਵੀ ਅੱਜ ਭੈਣਾਂ ਜਿਹੜੀਆਂ ਅਡਿਆਲਾ ਦੇ ਬਾਹਰ ਫੇਰ ਧਰਨਾ ਦੇ ਰਹੀਆਂ ਤੇ ਉਹ ਸਲਾਮ ਆ ਮੈਂ ਕਹਿੰਦਾ ਕਿ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੂੰ ਤੇ ਉਹਦੀਆਂ ਭੈਣਾਂ ਨੂੰ ਕਿ ਜਿਹੜੀ ਆ ਕੌਮ ਦੀ ਜ਼ਿੰਮੇਵਾਰੀ ਸੀਗੀ ਆ ਕਿ ਆਪਣੇ ਮੁਰਸ਼ਦ ਨਾਲ ਆਪਣੇ ਲੀਡਰ ਨਾਲ ਖੜੇ ਹੋਣ ਲਈ, ਲੇਕਿਨ ਦੇਖੋ ਭੈਣਾਂ ਖੜੀਆਂ ਔਰ ਕੌਮ ਨੇ ਵੀ ਆਪਣੀ ਸਾਰੀ ਜ਼ਿੰਮੇਵਾਰੀ ਲਾ ਕੇ ਲੱਗਦਾ ਭੈਣਾਂ ਤੇ ਪਾ ਦਿੱਤੀ ਹੈ ਕਿ ਵੀ ਅਸੀਂ ਨਹੀਂ ਆਣਾ। ਹਾਂ ਭੈਣਾਂ ਜਿਹੜੀਆਂ ਨੇ ਨਾ ਉਹ ਇhtਜਾਜ ਕਰਨ ਉੱਥੇ, ਉਹ ਤਾਂ ਕਰ ਰਹੀਆਂ ਨੇ ਖੜੀਆਂ, ਲੇਕਿਨ ਆ ਕੌਮ ਜਿਹੜੀ ਆ ਉਹ ਸੁੱਤੀ ਪਈ ਹੈ। ਯਕੀਨ ਕਰੋ ਅਗਰ ਕੌਮ ਭੈਣਾਂ ਦੇ ਨਾਲ ਆ ਕੇ ਖੜੀ ਹੁੰਦੀ ਨਾ ਤੇ ਅੱਜ ਇਮਰਾਨ ਅਹਿਮਦ ਖਾਨ ਨਿਆਜ਼ੀ ਜੇਲ੍ਹ 'ਚ ਨਾ ਹੁੰਦਾ, ਯਕੀਨ ਕਰੋ ਕਿ ਉਹ ਵਜ਼ੀਰ ਆਜ਼ਮ ਹਾਊਸ 'ਚ ਹੁੰਦਾ। ਹਾਂ ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਕੌਮ ਜਿਹੜੀ ਆ ਨਾ ਤੁਸੀਂ ਕਹਿ ਲਓ ਕਿ ਬਸ ਮਾਯੂਸ ਹੀ ਕਰਦੀ ਹੈ ਹਮੇਸ਼ਾ। ਤੇ ਉਹ ਐਤਕੀ ਵੀ ਦੇਖ ਲਓ ਉਹ ਬਿਲਕੁਲ ਖਾਮੋਸ਼ੀ ਆ ਔਰ ਇਰਦ ਗਿਰਦ ਕਿੰਨੇ ਸ਼ਹਿਰ ਨੇ ਅਡਿਆਲਾ ਦੇ, ਬਈ ਸਾਰੇ ਇਕੱਠੇ ਹੋ ਜਾਣ ਉੱਥੇ ਤਾਂ ਇੱਕ ਜੰਮੇ ਗਫੀਰ ਬਣ ਜਾਏ ਉੱਥੇ। ਹਾਂਜੀ ਤਾਂ ਜਿਹੜੇ ਆਪਣੇ ਜਿਹੜੇ ਜਿੱਤੇ ਆ ਖਾਨ ਦੇ ਨਾਂ ਤੋਂ ਉਹ ਵੀ ਬੇਗੈਰਤ ਬੇਸ਼ਰਮ ਹੋਏ ਆ ਉੱਥੇ ਤੇ ਉਹ ਤਿਆਰੀਆਂ ਕਹਿੰਦੇ ਕਰ ਲਈਆਂ ਜਿੱਦਾਂ ਹਰ ਮੰਗਲ ਵਾਲੇ ਦਿਨ ਉੱਥੇ ਜ਼ੁਲਮ ਸਿਤਮ ਕੀਤਾ ਜਾਂਦਾ। ਪੁਰਅਮਨ ਤੌਰ ਤੇ ਬੈਠੀਆਂ ਭੈਣਾਂ ਉਠਾਉਣ ਵਾਸਤੇ ਹੁਣ ਤਸਵੀਰਾਂ ਜਿਹੜੀਆਂ ਨੇ ਨਾ ਉਹ ਸੋਸ਼ਲ ਮੀਡੀਆ ਤੇ ਗਰਦਿਸ਼ ਕਰ ਰਹੀਆਂ। ਉਹ ਦੱਸ ਰਹੇ ਜਨਾਬ ਕਿ ਉਹ ਡੀਜੇ ਵਾਲਾ ਬਾਬੂ ਜਿਹੜਾ ਉਹ ਟੈਂਕਰ ਭਰ ਰਿਹਾ ਖੜਾ ਆ ਭਾਈ ਉਤਲੇ ਲੈਵਲ ਦੇ ਕੰਮ ਹੁੰਦੇ ਨੇ ਲੈਵਲ ਉਹ ਟੈਂਕਰ ਭਰ ਰਿਹਾ ਪਾਣੀ ਦਾ, ਕਹਿੰਦਾ ਜੀ ਅੱਜ ਰਾਤ ਨੂੰ ਪਾਣੀ ਸੁੱਟਣਾ ਤੇ ਨਾਲ ਉਹ ਆਪਣਾ ਕੈਮੀਕਲ ਵੀ ਪਾ ਰਿਹਾ। ਬਾਬਾ ਜੀ ਕਹਿੰਦੇ ਕੈਮੀਕਲ ਨਹੀਂ ਹੋਣਾ, ਹਾਂ ਉਹ ਕੋਈ ਹੋਰ ਸ਼ੈ ਪਾਉਂਦਾ ਵਿੱਚ। ਮੈਂ ਕਿਹਾ ਬਾਬਾ ਜੀ ਉਹ ਕੀ ਪਾਉਂਦਾ? ਬਾਬਾ ਜੀ ਕਹਿੰਦੇ ਉਹ ਆਪਣੀ ਬੋ ਪਾ ਦਿੰਦਾ ਵਿੱਚ ਟੈਂਕਰ ਦੇ ਵਿੱਚ। ਮੈਂ ਕਿਹਾ ਲੈ ਆਪਣੀ ਬੋ, ਬਾਬਾ ਜੀ ਕਹਿੰਦੇ ਜ਼ਹਿਰੀਲੀ ਬੋ ਹੈ ਦੀ ਡੀਜੇ ਵਾਲੇ ਬਾਬੂ ਦੀ। ਉਹ ਕਿਉਂਕਿ ਝੂਠ ਬੋਲਦਾ, ਜਿਹੜਾ ਬੰਦਾ ਝੂਠ ਬੋਲਦਾ ਉਹ ਜਿਹੜਾ ਨਾ ਉਹਦੇ ਕੋਲ ਬੋ ਆਉਂਦੀ ਆ, ਹਾਂ ਜਿਹੜੀ ਕਿ ਜ਼ਹਿਰੀਲੀ ਹੁੰਦੀ ਆ। ਬਾਬਾ ਜੀ ਕਹਿੰਦੇ ਉਹ ਝੂਠੀ ਬੋ ਵਿੱਚ ਸ਼ਾਮਿਲ ਕਰ ਦਿੰਦਾ ਵਿੱਚ ਆਪਣੀ। ਉਹ ਅੱਜ ਰਾਤ ਫਿਰ ਉਹ ਟੈਂਕਰ ਲੈ ਕੇ ਜਨਾਬ ਉੱਥੇ ਪਹੁੰਚ ਰਿਹਾ ਔਰ ਕਹਿੰਦੇ ਜੀ ਅੱਜ ਫਿਰ ਅਸੀਂ ਪਾਣੀ ਸੁੱਟਣਾ। ਕੈਸੀ ਬੇਗੈਰਤੀ ਬੇਸ਼ਰਮੀ ਆ। ਔਰ ਇਹਨਾਂ ਨੂੰ ਦੇਖ ਲਓ ਡੀਜੇ ਵਾਲਾ ਬਾਬੂ ਆਪ ਜਿਹੜਾ ਤੁਰਿਆ ਫਿਰਦਾ ਵਾ, ਲੂਰ ਲੂਰ ਫਿਰ ਰਿਹਾ, ਕਦੀ ਕਿਸੇ ਯੂਨੀਵਰਸਿਟੀ 'ਚ ਵੜਿਆ, ਕਦੀ ਕਿਸੇ ਕਾਲਜ 'ਚ ਵੜਿਆ, ਕਦੀ ਕਿਤੇ ਜਾ ਰਿਹਾ, ਖਿਤਾਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਬੰਦੇ ਘੇਰਨ ਦੀ ਕੋਸ਼ਿਸ਼ ਕਰ ਰਿਹਾ। ਬਾਬਾ ਜੀ ਕਹਿੰਦੇ ਆ ਬੰਦੇ ਘੇਰ ਕੇ ਇਹਨੇ ਕੀ ਕਰਨਾ? ਬਾਬਾ ਜੀ ਉਹ ਘੇਰਨ ਦੀ ਮਤਲਬ ਆ ਕਿ ਉਹ ਆਪਣੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਬਾਬਾ ਜੀ ਕਹਿੰਦੇ ਇਹ ਨਵਾਬ ਆ ਇਹਦੇ ਨਾਲ। ਮੈਂ ਕਹਿੰਦੀ ਨਵਾਬ ਨਹੀਂ ਹੋ ਸਕਦਾ, ਹੋਵੇ ਵੀ, ਮੈਨੂੰ ਕੀ ਪਤਾ, ਇਹ ਅੰਦਰ ਦੀਆਂ ਗੱਲਾਂ ਹੁੰਦੀਆਂ। ਹੋ ਸਕਦਾ ਨਵਾਬ ਹੋਵੇ ਤੇ ਉਹਨੂੰ ਬੰਦਿਆਂ ਦੀ ਜ਼ਰੂਰਤ ਹੋਏ ਕਿ ਮੇਰੇ ਨਾਲ ਮਿਲਣ ਸ਼ਾਮਿਲ। ਮੈਂ ਕਿਹਾ ਮੇਰਾ ਮਤਲਬ ਕਿ ਇਦਾਰੇ ਦੇ ਨਾਲ ਆ ਕੇ ਸ਼ਾਮਿਲ ਹੋ, ਜਿਹੜਾ ਕਿ ਉਹ ਜਾਂਦਾ ਉੱਥੇ ਔਰ ਯਕੀਨ ਕਰੋ ਐਸੇ ਐਸੇ ਸਵਾਲ ਕਰਦੇ ਆ ਲੋਕੀ ਉੱਥੇ ਜਿਹੜੇ ਸਟੂਡੈਂਟ ਆ, ਹਾਂ ਉਹ ਐਸੀ ਤੇ ਐਸੀ ਢੋਲਕੀ ਵਜਾ ਕੇ ਰੱਖ ਦਿੰਦੇ ਆ, ਉੱਥੋਂ ਵੀ ਨਿਰਾਸ਼ ਹੋ ਕੇ ਆ ਜਾਂਦਾ। ਲੇਕਿਨ ਹੌਸਲਾ ਨਹੀਂ ਛੱਡਦਾ, ਹੌਸਲਾ ਬਹੁਤ ਆਏ, ਕਹਿੰਦਾ ਮਸਲਾ ਹੀ ਕੋਈ ਨਹੀਂ, ਹਾਂ ਜਿੰਨੇ ਮਰਜ਼ੀ ਝੂਠ ਮੇਰੇ ਕੋਲ ਬੁਲਵਾ ਲਓ, ਜੋ ਹਿਸਾਬ ਕਿਤਾਬ ਲਵਾਉਣਾ ਲਵਾ ਲਓ। ਤਾਂ ਉਹ ਹਿਸਾਬ ਕਿਤਾਬ ਦੇਖਿਆ ਜਾ ਰਿਹਾ ਕਿ ਅੱਜ ਉੱਥੇ ਕਿਹੜਾ ਟੈਂਕਰ ਟੁੰਕਰ ਭਰ ਕੇ ਗਿਆ ਤੇ ਦੱਸ ਕੇ ਗਿਆ ਕਿ ਜੀ ਪਾਣੀ ਛਣੀ ਸੁੱਟੋ। ਤੇ ਅਗਲੀ ਖਬਰ ਜਨਾਬ ਆ ਵਾ ਕਿ ਮਾਈ ਨਿਕਲੀ, ਉਹ ਆ ਗਈ ਹੈ, ਉਹ ਆ ਗਈ ਹੈ, ਉਹ ਮਾਈ ਆ ਗਈ ਹੈ, ਸਭ ਦੀ ਮਾਂ ਆ ਗਈ ਹੈ, ਚਾਚੀ ਵਾਲੀ ਛੁੱਟੀ ਮਾਂ ਵੀ ਕਹਦੇ ਹੋ, ਉਹ ਚਾਚੇ ਨੇ ਕਿਹਾ ਸੀ ਵੈਸੇ। ਲੇਕਿਨ ਆ ਜਿਹੜੀ ਮਾਂ ਆਈ ਮੇਰਾ ਮਤਲਬ ਹੈ ਕਿ ਸਭ ਦੀ ਮਾਂ ਜਿੱਦਾਂ ਹੀ ਆਈ ਆ ਤੇ ਉੱਥੇ ਜਿਹੜੇ ਬੱਚੀਆਂ ਉੱਥੇ ਮੇਰਾ ਮਤਲਬ ਕੁੜੀਆਂ ਉੱਥੇ ਉਹਨਾਂ ਨੇ ਵੀ ਸ਼ੋਰ ਹੀ ਲਾ ਲਿਆ ਮਾਈ ਦਾ। ਉਹ ਕਹਿੰਦੇ ਲਓ ਜੀ ਮਾਈ ਆਈ ਆ ਤੇ ਆ ਦੇਖੋ ਕੀ ਆਪਣਾ ਕਹਿ ਰਹੀਆਂ ਉੱਥੇ ਮਾਈ ਦੇ ਸਾਹਮਣੇ। ਉਹ ਅੰਮੀ ਭੁੱਖ ਲੱਗੀ ਹੈ, ਅੰਮੀ ਭੁੱਖ ਲੱਗੀ ਹੈ, ਅੰਮੀ ਆ ਗਈ, ਮੰਮਾ ਆ ਗਈ, ਮੰਮਾ ਆ ਗਈ। ਮਜ਼ਾਕ ਹੀ ਬਣਾ ਲਿਆ ਮਾਈ ਦਾ। ਮਾਈ ਨੂੰ ਵੀ ਕੋਈ ਸ਼ਰਮ ਹਯਾ ਨਹੀਂ ਕਿ ਤੇਰਾ ਮਜ਼ਾਕ ਬਣ। ਉਹ ਖੁਸ਼ ਹੋ ਰਹੀ ਮਾਈ। ਬਾਬਾ ਜੀ ਕਹਿੰਦੇ ਯਾਰ ਵੈਸੇ ਭੁੱਖ ਤੇ ਮੈਨੂੰ ਵੀ ਬੜੀ ਲੱਗੀ ਹੈ। ਬਾਬਾ ਜੀ ਤੁਸੀਂ ਕੀ ਲੈਣਾ ਦੇਣਾ ਭੁੱਖ ਲੈ ਕੇ ਮਾਈ ਕੋ? ਬਾਬੇ ਕਹਿੰਦੇ ਸੁਣਿਆ ਕਿ ਉਹ ਆਪਣਾ ਕੋਈ ਆਪਣਾ ਦੁੱਧ ਸ਼ੁੱਧ ਪਿਲਾਉਂਦੀ ਹੈ। ਮੈਂ ਕਿਹਾ ਹਾਂਜੀ ਕਿਹਾ ਸੀ ਇਹਨੇ, ਲੇਕਿਨ ਹੁਣ ਨਹੀਂ, ਉਹ ਪਿਛਲੇ ਸਾਲ ਦੀ ਗੱਲ ਸੀਗੀ, ਬਲਕਿ ਐਸੇ ਸਾਲ ਦੀ ਸੀ ਗੱਲ। ਹਾਂ ਉਹ ਦੁੱਧ ਦੇ ਡੱਬੇ ਉਹਨੇ ਤਕਸੀਮ ਬਾਬੇ ਕਹਿੰਦੇ ਤੇ ਮੈਨੂੰ ਵੀ ਪਿਆ ਦਿੰਦੀ। ਮੈਂ ਕਿਹਾ ਬਾਬਾ ਜੀ ਬੁੱਢਿਆਂ ਵਾਸਤੇ ਨਹੀਂ, ਉਹ ਬੱਚਿਆਂ ਵਾਸਤੇ।
ਬਾਬਾ ਜੀ ਕਹਿੰਦੇ ਯਾਰ ਬੁੱਢਾ ਬੱਚਾ ਇੱਕ ਬਰਾਬਰ ਹੁੰਦਾ, ਕੀ ਪਤਾ ਲੱਗਦਾ। ਹਾਂ ਚਲੋ ਮੈਂ ਵੀ ਮਾਈ ਨੂੰ ਕਹਿ ਦਿਆਂਗਾ ਮਾਮਾ ਭੁੱਖ ਲੱਗੀ ਹੈ। ਠੀਕ ਹੈ ਬਾਬਾ ਜੀ ਇਹ ਨਹੀਂ ਹੋ ਸਕਦਾ, ਉਹ ਬੱਚਿਆਂ ਵਾਸਤੇ ਉਹ ਖਤਮ ਹੋ ਗਈ ਕਾਰਵਾਈ। ਹਾਂ ਹੁਣ ਇਹ ਨਵੀਂ ਕਾਰਵਾਈ ਆ। ਹਾਂ ਔਰ ਮਾਈ ਆਈ ਆ ਉੱਥੇ ਜਨਾਬ ਆ ਕੇ, ਔਰ ਮਾਈ ਨੇ ਯਕੀਨ ਕਰੋ ਕਿ ਇੰਗਲਿਸ਼ ਬੋਲੀ ਹੈ, ਹੋਏ ਹੋਏ ਤਬਾਹੀਆਂ ਮਚਾਤੀਆਂ। ਗੋਰੇ ਜਿਹੜੇ ਗੋਰੇ ਇੰਗਲੈਂਡ ਵਾਲੇ ਜਿੱਥੇ ਜਿੱਥੇ ਜਾ ਰਹੀ, ਇੰਗਲੈਂਡ ਅਮਰੀਕਾ ਜਿੱਥੇ ਜਿੱਥੇ ਇੰਗਲਿਸ਼ ਬੋਲੀ ਜਾਂਦੀ ਹੈ, ਉਹ ਸਿਰ ਫੜ ਕੇ ਬਹਿ ਗਏ। ਉਹ ਕਹਿੰਦੇ ਵੀ ਐਡੀ ਕਮਾਲ ਇੰਗਲਿਸ਼ ਅਸੀਂ ਨਹੀਂ ਬੋਲ ਸਕਦੇ। ਜਿੱਦੀ ਮਾਈ ਉਹ ਸੁਣਾਈ ਗਈ ਖਾਸ ਤੌਰ ਤੇ ਗੋਰਿਆਂ ਨੂੰ। ਅੱਧੇ ਗੋਰਿਆਂ ਨੇ ਤਾਂ ਸਮਝ ਨਹੀਂ ਆਈ ਕਿ ਯਾਰ ਕੀ ਕਹਿ ਰਹੀ ਹੈ। ਫਿਰ ਉਹਨਾਂ ਨੇ ਦੱਸਿਆ ਕਿ ਮਾਈ ਇੰਗਲਿਸ਼ ਬੋਲ ਰਹੀ ਹੈ। ਹਾਂ ਉਹ ਕਹਿੰਦੇ ਬੱਲੇ ਤੇਰੇ ਭਈਆ ਤੇ ਗ੍ਰਾਮਰ ਹੀ ਤੋੜ ਗਈ ਮਾਈ। ਮਾਈ ਰੱਟ ਕੇ ਆਈ ਇੰਗਲਿਸ਼ ਦੇ ਚੰਦ ਅਲਫਾਜ਼, ਔਰ ਆ ਕੇ ਮਾਈ ਜਿੱਦਾਂ ਬੋਲ ਰਹੀ ਸੀ, ਯਕੀਨ ਕਰੋ ਮੈਂ ਦਿਖਾਣਾ ਤੁਹਾਨੂੰ, ਮਾਈ ਜਿੱਦਾਂ ਬੋਲ ਰਹੀ ਸੀਗੀ ਏਦਾਂ ਲੱਗ ਰਿਹਾ ਬੋਲਣ ਤੇ ਜ਼ਿਆਦਾ ਕਿਤੇ ਜ਼ਿਆਦਾ ਸਪੀਡ 'ਚ 140-50 ਦੀ ਸਪੀਡ ਤੇ ਮਾਈ ਦਾ ਦਿਮਾਗ ਜਿਹੜਾ ਨਾ ਉਹ ਚੱਲ ਰਿਹਾ ਸੀਗਾ ਕਿ ਬਈ ਉਹ ਜਿਹੜਾ ਮੈਂ ਰੱਟਾ ਮਾਰਿਆ ਲਫ਼ਜ਼ਾਂ ਦਾ, ਹਾਂ ਉਹ ਮੈਨੂੰ ਯਾਦ ਰਹਿਣ। ਉਹ ਮਾਈ ਉਹ 150 ਦੀ ਸਪੀਡ ਤੇ ਵੀ ਮਾਈ ਵਕਫਾ ਲੈ ਰਹੀ ਸੀ ਉਹ ਲਫ਼ਜ਼ ਬੋਲਣ ਵਾਸਤੇ ਇੰਗਲਿਸ਼ ਦਾ ਕਿ ਉਹ ਕੀ ਸੀ। ਔਰ ਅਜੀਬੋ ਗਰੀਬ ਤਰੀਕੇ ਨਾਲ ਮਾਈ ਨੇ ਬੋਲੇ ਨੇ, ਅੱਲਾ ਮਾਫ ਕਰੇ ਯਕੀਨ ਕਰੋ। ਔਰ ਲੋਕੀ ਜਿਹੜੇ ਨਾ ਉਹ ਕਹਿ ਰਿਹਾ ਕਿ ਮਾਈ ਤੈਨੂੰ ਲਵੇ ਮੌਲਾ, ਤੇਰਾ ਬੇੜਾ ਕਰੋ ਜੇ ਮਾਈ, ਉਹ ਤੈਨੂੰ ਨਹੀਂ ਆਉਂਦੀ ਤੂੰ ਨਾ ਬੋਲ। ਹਾਂ ਆ ਕੀ ਤੂੰ ਜਿਹੜਾ ਨਾ ਹਿਸਾਬ ਲਾ, ਆ ਸੁਣ ਲਓ ਯਾਰ ਕੀ ਕਿਹਾ ਮਾਈ ਨੇ। Spectacular show. What a riveting spectacle. It was a nail-biting finish. And I saw hands raising in prayer. I saw on the screen mothers praying. ਲੋ ਅੰਦਾਜ਼ਾ ਕਰੋ ਮਾਈ ਨੇ ਬੜੀ ਔਖੀ ਹੋ ਕੇ ਜਿੱਦਾਂ ਅੰਗਰੇਜ਼ੀ ਬੋਲੀ। ਬਾਬਾ ਜੀ ਕਹਿੰਦੇ ਲੋ ਜੀ ਇਹ ਤਾਂ ਮੈਨੂੰ ਯਾਦ ਆ ਗਿਆ ਕਿ ਜੋ ਇਸ ਟਾਈਮ ਮਾਈ ਦੀ ਕੰਡੀਸ਼ਨ। ਮੈਂ ਕਹਾਂ ਬਾਬਾ ਜੀ ਕਹਿੰਦੇ ਕਦੀ ਕਦੀ ਮੇਰੀ ਵੀ ਇਹੋ ਜਿਹੀ ਕੰਡੀਸ਼ਨ ਹੋ ਜਾਂਦੀ। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਯਾਰ ਜਦੋਂ ਮੈਂ ਪਾਇਆਂ ਦਾ ਨਾਸ਼ਤਾ ਕਰ ਲੈਣਾ, ਛੋਲੇ ਪਾਏ ਨਾਨ ਖੱਦ ਚਣੇ ਉੱਤੋਂ ਲੱਸੀ ਦਾ ਪੀਲਾ ਜੱਗ, ਮੈਂ ਕਿਹਾ ਓਏ ਹੋਏ। ਫਿਰ ਬਾਬੇ ਕਹਿੰਦੇ ਮਾਈ ਵਰਗੀ ਮੇਰੀ ਤਬੀਅਤ ਹੋ ਜਾਂਦੀ। ਮੈਂ ਕਿਹਾ ਬਾਬਾ ਜੀ ਮਾਈ ਵਰਗੀ ਮੇਰਾ ਕੀ ਮਤਲਬ? ਬਾਬਾ ਜੀ ਕਹਿੰਦੇ ਮੈਨੂੰ ਹੋ ਜਾਂਦੀ ਕਬਜ਼। ਉਹ ਫਿਰ ਜਿਹੜਾ ਨਾ ਏਦਾਂ ਦਾ ਹੀ ਹਾਲ ਹੁੰਦਾ ਮੇਰਾ ਜਿੱਦਾਂ ਦਾ ਮਾਈ ਦਾ ਹਾਲ ਆ, ਇੰਗਲਿਸ਼ ਬੋਲਣ ਲੱਗੇ ਪੀੜਾ ਕਰੇ ਕੋਈ ਮਾਈ ਤੇਰੀ। ਮੈਂ ਕਿਹਾ ਬਾਬਾ ਜੀ ਹੋ ਸਕਦਾ ਮਾਈ ਨੇ ਵੀ ਕਬਜ਼ ਹੋਈ ਹੈ। ਹਾਂ ਉਹਨੇ ਸੋਚਿਆ ਕਿ ਇੰਗਲਿਸ਼ ਬੋਲ ਕੇ ਕਬਜ਼ ਦੂਰ ਕੀਤੀ ਜਾਏ। ਹਾਂ ਲੇਕਿਨ ਕੁਛ ਨਾ ਕੁਛ ਹੈ ਸਿਸਟਮ, ਪਤਾ ਨਹੀਂ ਕਿਹਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਾਈ। ਸਮਝੋ ਬਾਹਰ ਆ ਮਾਈ ਨੇ। ਬਾਬਾ ਜੀ ਕਹਿੰਦੇ ਮਾਈ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ। ਮੈਂ ਕਿਹਾ ਬਾਬਾ ਜੀ ਉਹਨੂੰ ਕਿਹਨੂੰ? ਬਾਬਾ ਜੀ ਕਹਿੰਦੇ ਜਿਹਨੇ ਮਾਈ ਨੂੰ ਲਾਇਆ। ਮੈਂ ਕਿਹਾ ਬਾਬਾ ਜੀ ਮਾਈ ਨੂੰ ਕਿਹਨੇ ਲਾਇਆ? ਬਾਬਾ ਜੀ ਕਹਿੰਦੇ ਯਾਰ ਪਤਾ ਹੀ ਆ ਸਾਰਾ, ਕਿਉਂ ਚੁਕਵਾਉਣਾ? ਮੈਂ ਬਾਬਾ ਜੀ ਨਹੀਂ ਚੁੱਕੇ ਜਾਂਦੇ। ਹਾਂ ਕਿੰਨੇ? ਬਾਬਾ ਜੀ ਕਹਿੰਦੇ ਉਹ ਹਾਫਿਜ਼ ਫੀਲਡ ਮਾਰਸ਼ਲ ਨੇ। ਹਾਂ ਉਹਨੇ ਲਵਾਇਆ ਤੇ ਉਹ ਜਿਹੜਾ ਨਾ ਉਹਨੂੰ ਰਾਜ਼ੀ ਰੱਖਣ ਵਾਸਤੇ, ਮਤਲਬ ਦਿਖਾਉਣ ਵਾਸਤੇ ਕਿ ਵੀ ਆ ਦੇਖ ਮੈਂ ਵੀ ਇੰਗਲਿਸ਼ ਬੋਲ ਸਕਦੀ ਹਾਂ, ਐਡੀ ਗੱਲ ਕੋਈ ਨਹੀਂ। ਤੇ ਮੈਂ ਕਿਹਾ ਬਾਬਾ ਜੀ ਉਹਦੀ ਇੰਗਲਿਸ਼ ਤੇ ਇਹਦੇ ਤੇ ਵੀ ਗਈ ਗੁਜ਼ਰੀ ਆ। ਤੇ ਅੱਲਾ ਮਾਫ ਕਰ, ਦੇਖਿਆ ਕਿ ਸੁਣਦੇ ਉਹ ਬੋਲਦੇ ਹੋਏ। ਆ ਹੁਣੀ ਰੀਸੈਂਟਲੀ ਲਿਬੀਆ ਗਏ ਸੀ ਕਿ ਫੀਲਡ ਮਾਰਸ਼ਲ ਸਾਹਿਬ, ਉੱਥੇ ਉਹਨਾਂ ਨੇ ਕਿ ਬੋਲੀ ਅੰਗਰੇਜ਼ੀ। ਯਕੀਨ ਕਰੋ ਕੋਈ ਫਰਕ ਨਹੀਂ ਲੱਗਾ ਮੈਨੂੰ ਮਾਈ ਦੀ ਅੰਗਰੇਜ਼ੀ। ਬਾਬੇ ਕਹਿੰਦੇ ਦੋਵੇਂ ਇੱਕੋ ਜਿਹੇ। ਕਹਿੰਦੀ ਆ ਕਿ ਮੇਰਾ ਭਾਈ ਹੈ ਉੱਥੇ। ਮੈਂ ਕਹਿੰਦੀ ਉੱਥੇ ਬਾਹਰੋਂ ਬਾਹਰ ਲਾਹੌਰ ਆ। ਹਾਂ ਭਾਈ ਭੋਈ ਕਿੱਥੇ, ਹਿਸਾਬ ਕਿਤਾਬ ਕੁਝ ਹੋ ਰਿਹਾ ਇਹਨਾਂ ਦਾ। ਤੇ ਉਹ ਜਿਹੜਾ ਨਾ ਇੱਕੋ ਜਿਹਾ ਕੰਮ ਇਹਨਾਂ ਦਾ ਇੰਗਲਿਸ਼ ਬੋਲਣ ਦਾ ਸਾ। ਬਈ ਤੁਹਾਨੂੰ ਕੀ ਤੁਹਾਡਾ ਮੇਰਾ ਮਤਲਬ ਵੇਲਣੇ 'ਚ ਬਾਂਹ ਆਈ ਹੈ ਜਿਹੜੀ ਤੁਸੀਂ ਅੰਗਰੇਜ਼ੀ ਬੋਲਣੀ ਹੈ। ਛੱਡ ਮਾਈ ਦਾ ਵੀ ਕੋਈ ਹਾਲ ਨਹੀਂ ਗਾ। ਮਾਈ ਵੀ ਉੱਥੇ ਆ ਕੇ ਅੰਗਰੇਜ਼ੀ ਬੋਲ ਕੇ ਤੇ ਉਹਦੇ ਬਾਅਦ ਮਾਈ ਨੇ ਇੱਕ ਨਵੀਂ ਚਬਲ ਮਾਰੀ। ਹੁਣ ਤੁਸੀਂ ਕਹੋ ਯਾਰ ਆ ਕਿਹੜੀ ਚਬਲ ਮਾਰੀ? ਬਈ ਉਹਨੇ ਮਾਈ ਨੇ ਆਪਣਾ ਇੱਕ ਤੇ ਟਵੀਟਿਆ। ਹਾਂ ਟਵੀਟਿਆ ਵੀ ਉਹ, ਤੇ ਨਾਲੇ ਉਹਨੇ ਆਪਣਾ ਫੋਟੋ ਜਿਹੜੀ ਨਾ ਉਹ ਪੋਸਟ ਕੀਤੀ ਆਹ ਵਾਲੀ ਕਿ ਬਈ ਆ ਜਿਸ ਤੇ ਲਿਖਿਆ ਹੋਇਆ ਕਿ ਬਈ ਮੋਬਾਈਲ ਛੱਡ ਤੇ ਹੈਂਡਲ ਫੜ। ਔਰ ਮਾਈ ਕਹਿੰਦੀ ਆ ਕਿ ਮੇਰਾ ਆਈਡੀਆ ਆ ਬੋਲਡ ਵਾਲਾ। ਯਾਰ ਹੱਦ ਹੋ ਗਈ ਆ। ਆ ਕੀ ਹੈ ਬਈ ਇੱਕ ਲਿਖਿਆ ਉਹ ਹਾਰਨ ਵਾਲਾ ਕੋਈ ਲੈਣ ਦੇਣਾ ਕੋਈ। ਹਾਂ ਹਾਰਨ ਛੱਡ ਤੇ ਧਿਆਨ ਦੇ ਏਦਾਂ ਦਾ ਕੋਈ ਚੀਜ਼। ਉਹ ਇਹ ਬੋਰਡ ਲਾ ਕੇ ਤੇ ਮਾਈ ਉਹਦੀ ਤਸਵੀਰ ਕਰਦੀ ਕਿ ਦੇਖੋ ਮੇਰੀ ਤਸਵੀਰ ਤੇ ਲੱਗੀ ਆ। ਹਾਂ ਤੇ ਆ ਜਿਹੜਾ ਨਾ ਆਪਣਾ ਮੋਬਾਈਲ ਛੱਡ ਤੇ ਹੈਂਡਲ ਫੜ। ਤੇ ਮੈਂ ਬਾਬਾ ਜੀ ਨੇ ਪੁੱਛਿਆ, ਮੈਂ ਕਿਹਾ ਬਾਬਾ ਜੀ ਯਾਰ ਇਹਦਾ ਦਿਮਾਗ ਖਰਾਬ। ਬਾਬਾ ਜੀ ਕਹਿੰਦੇ ਤੈਨੂੰ ਅੱਜ ਪਤਾ ਲੱਗਾ ਦਿਮਾਗ ਖਰਾਬ? ਇਹ ਪਾਗਲ ਭੂਸਾ ਭਰਿਆ ਦਿਮਾਗ ਦੇ ਵਿੱਚ, ਏਦਾਂ ਦੀ ਹਰਕਤ ਕੌਣ ਕਰਦਾ? ਬਾਬਾ ਜੀ ਕਹਿੰਦੇ ਯਾਰ ਉਹ ਜਿਹੜਾ ਨਾ ਇਹਦਾ ਮਤਲਬ ਕੋਈ ਹੋਰ ਆ।
ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਆ ਜਿੱਦਾਂ ਨਾ ਮੋਬਾਈਲ ਛੱਡ ਤੇ ਹੈਂਡਲ ਫੜ। ਬਾਬਾ ਜੀ ਕਹਿੰਦੇ ਉਹ ਦੱਸ ਰਹੀ ਆ ਕਿ ਬਈ ਜਿੱਦਾਂ ਮੈਂ ਹੈਂਡਲ ਕਰ ਰਹੀ ਹਾਂ ਨਾ। ਮੈਂ ਕਿਹਾ ਬਾਬਾ ਜੀ ਕਿਹਨੂੰ? ਬਾਬਾ ਜੀ ਕਹਿੰਦੇ ਆ ਜਿਹੜੀ ਆਪਣਾ ਜਰਨੈਲਾਂ ਨੂੰ ਜਿੱਦਾਂ ਹੈਂਡਲ ਕਰ ਰਹੀ ਹੈ, ਉਸ ਹੈਂਡਲ ਦੀ ਗੱਲ ਕਰ ਰਹੀ ਹੈ। ਮੈਂ ਨਹੀਂ ਯਾਰ, ਉਹ ਹੈਂਡਲ ਨਹੀਂ ਆ। ਪਤਾ ਨਹੀਂ ਕਿਹੜਾ ਹੈਂਡਲ? ਸਾਈਕਲ ਦਾ ਹੁੰਦਾ ਹੈਂਡਲ, ਗੱਡੀ ਦਾ ਹੈਂਡਲ ਕਿੱਥੇ ਹੁੰਦਾ? ਬੰਦੇ ਸਾਈਕਲ ਤੇ ਜਾ ਰਹੇ ਮੋਬਾਈਲ ਦੇਖਦੇ ਆ, ਇਹ ਕੋਲ ਵੀ ਗੱਡੀ 'ਚ ਬੰਦੇ ਜਾਂਦੇ ਮੋਬਾਈਲ ਦੇਖ ਜਾਂਦੇ। ਉਹ ਸਟੀਅਰਿੰਗ ਹੁੰਦਾ ਵਾ ਵੀ ਸਟੀਅਰਿੰਗ ਵੀਲ ਤੇ ਆਪਣਾ ਉਹ ਮੋੜਦੇ, ਕਦੀ ਹੈਂਡਲ। ਹਾਂ ਯਾਰ ਕੀ ਹੋ ਗਿਆ? ਜਿੱਦਾਂ ਦੀ ਮਾਈ ਉੱਦਾਂ ਦੀ ਮਾਈ ਦੀ ਬਿਊਰੋਕ੍ਰੇਸੀ। ਉਹ ਬਈ ਆ ਕੀ ਦੇਖ ਤੇ ਲਵੋ, ਸਿੱਧਾ ਬਦਲ ਤੇ ਕਰ ਲਓ ਤੇ ਲਿਖ ਦਿਓ ਕਿ ਵੀ ਸਟੀਅਰਿੰਗ ਵੱਲ ਧਿਆਨ ਕਰ। ਹਾਂ ਨਹੀਂ, ਉਹਨੇ ਕਿਹਾ ਜੀ ਇਹ ਹੈਂਡਲ ਜਿਹੜਾ ਨਾ ਹੈਂਡਲ ਫੜ, ਸਟੀਅਰਿੰਗ ਫੜ, ਹੈਂਡਲ ਫੜ। ਉਹ ਬਾਬਾ ਜੀ ਕਹਿੰਦੇ ਕਿ ਯਾਰ ਉਹ ਦੂਜੀ ਹੈਂਡਲ ਦੀ ਗੱਲ ਕਰ ਰਹੀ ਆ। ਤੇ ਮੈਂ ਕਿਹਾ ਬਾਬਾ ਜੀ ਇਹ ਕਿਸ ਤਰ੍ਹਾਂ ਹੈਂਡਲ ਕਰਦੀ ਆ ਉਹਨਾਂ ਨੂੰ ਜਨਰਲ ਨੂੰ? ਬਾਬਾ ਜੀ ਕਹਿੰਦੇ ਉਹਨਾਂ ਦੀਆਂ ਗੰਦੀਆਂ ਫਿਲਮਾਂ ਦਿਖਾ ਕੇ ਹੈਂਡਲ ਕਰਦੀ। ਮੈਂ ਬਾਬਾ ਜੀ ਕਿਹਾ ਆ ਤਾਂ ਮੇਰਾ ਮਤਲਬ ਉਹ ਤਾਂ ਗੱਲ ਤਾਂ ਠੀਕ ਹੈ ਵੈਸੇ, ਹਾਂ ਜੇ ਜਰਨੈਲ ਨਹੀਂ ਹੈ। ਬਾਬਾ ਜੀ ਕਹਿੰਦੇ ਹਾਂ ਉੱਦਾਂ ਉਹ ਹੈਂਡਲ ਕਰਦੀ ਆ। ਤੇ ਮੈਂ ਕਿਹਾ ਬਾਬਾ ਜੀ ਫਿਰ ਜਰਨੈਲ ਇਹਨੂੰ ਕਿੱਦਾਂ ਹੈਂਡਲ ਕਰਦੇ? ਬਾਬਾ ਜੀ ਕਹਿੰਦੇ ਉਹ ਪਿਆਰ ਮੁਹੱਬਤ ਨਾਲ। ਮੈਂ ਯਾਰ ਕਿੱਦਾਂ ਦਾ ਪਿਆਰ ਮੁਹੱਬਤ? ਬਾਬਾ ਜੀ ਕਹਿੰਦੇ ਉੱਦਾਂ ਦਾ ਹੀ ਜਿੱਦਾਂ ਦਾ ਮੇਰਾ ਤੇ ਡੱਡੂ ਦਾ ਪਿਆਰ ਮੁਹੱਬਤ ਚੱਲ ਜਾਂਦਾ। ਉਹਨਾਂ ਦਾ ਮਾਈ ਦੇ ਨਾਲ ਪਿਆਰ ਮੁਹੱਬਤ, ਮਾਈ ਬੜੀ ਲਾਡਲੀ ਆ। ਹਾਂ ਉਹ ਪਿਆਰ ਨਾਲ ਹੈਂਡਲ ਕਰਦੇ ਕਿਉਂਕਿ ਉਹਨੂੰ ਪਤਾ ਕਿ ਮਾਈ ਜ਼ਰਾ ਜੀ ਵੀ ਨਾਰਾਜ਼ ਹੋਈ ਇਹਨੇ ਫਿਲਮ ਰਿਲੀਜ਼ ਕਰ ਦੇਣੀ ਆ, ਬੇੜਾ ਗਰਕ ਕਰ ਦੇਣਾ, ਭੱਠਾ ਬਹਿ ਜਾਣਾ ਸਾਡਾ। ਹਾਂ ਸਿਆਪਾ ਮੁੱਕਣਾ। ਇਹ ਸਾਰਾ ਸਿਸਟਮ ਆ ਹੈਂਡਲ ਇੱਦਾਂ ਦੀਆਂ ਲਾ ਕੇ ਮਾਈ ਅਜੀਬੋ ਗਰੀਬ ਕਿਸਮ ਦੀਆਂ ਜਿਹੜੀਆਂ ਨੇ ਨਾ ਉਹ ਬਿਲਬੋਰਡ ਉਹਦੇ ਕਹਿ ਰਹੀ ਹੈ ਕਿ ਮੈਂ ਬੜੀ ਕਾਮਯਾਬ ਹੋ ਗਈ। ਮੈਂ ਉਹ ਬਈ ਮਾਈ ਖੁਦਾ ਦਾ ਖੌਫ ਕਰੀ, ਯਕੀਨ ਕਰੋ ਆ ਯਕੀਨ ਹੀ ਨਹੀਂ ਆਉਂਦਾ ਕਿਆ ਵਜ਼ੀਰ ਆਲਾ। ਉਹ ਫਾਰਮ 47 ਦੀ ਹਾਰੀ ਹੋਈ ਜਿਹੜੀ ਆ ਸੁਗਾਤ ਉਹਨੂੰ ਚੁੱਕ ਕੇ ਮੁਸੱਲਤ ਕਰ ਦਿੱਤਾ ਸਾਡੇ ਸਿਰਾਂ ਤੇ। ਤਾਂ ਉਹ ਆ ਕੇ ਉਹਨੇ ਇੱਦਾਂ ਦੀਆਂ ਗੱਲਾਂ ਕਰ ਰਹੀ ਆ ਕਿ ਵੀ ਮੋਬਾਈਲ ਛੱਡ ਹੈਂਡਲ ਫੜ। ਬਾਬਾ ਜੀ ਕਹਿੰਦੇ ਹੋ ਸਕਦਾ ਹੈਂਡਲ ਕਿਸੇ ਹੋਰ ਚੀਜ਼ ਦਾ ਨਾਮ ਹੋਵੇ। ਯਾਰ ਇਸ ਬਾਬਾ ਜੀ ਕਹਿੰਦੇ ਕਿਸੇ ਚੀਜ਼ ਤੇ ਵੀ ਹੈਂਡਲ ਲੱਗਾ ਹੋ ਸਕਦਾ। ਤੇ ਉਹ ਕਹਿੰਦੇ ਉਹਨੇ ਕਿ ਹੈਂਡਲ ਫੜੋ, ਛੱਡੋ ਸਾਰੀਆਂ ਚੀਜ਼ਾਂ, ਕਿਉਂਕਿ ਹੈਂਡਲ ਫੜ ਕੇ ਹੀ ਬੰਦਾ ਚੜ੍ਹਦਾ ਉੱਤੇ ਨੂੰ। ਯਾਰ ਕੀ ਮਤਲਬ? ਬਾਬਾ ਜੀ ਕਹਿੰਦੇ ਯਾਰ ਟ੍ਰੇਨ ਦਾ ਹੈਂਡਲ ਨਹੀਂ ਲੱਗਾ ਹੁੰਦਾ, ਟ੍ਰੇਨ ਜਾ ਰਹੀ ਆ, ਹਾਂ ਉਹ ਬੰਦਾ ਪਿੱਛੇ ਰਹਿ ਗਿਆ, ਚੱਲ ਪਈ ਟ੍ਰੇਨ, ਉਹਨੇ ਨਸਿਆ, ਨਸ ਕੇ ਉਹਨੇ ਜਾ ਕੇ ਹੈਂਡਲ ਫੜਨਾ, ਉਹਨੇ ਹੈਂਡਲ ਫੜ ਕੇ ਉਹਨੇ ਚੜ੍ਹਨਾ ਟ੍ਰੇਨ ਤੇ। ਬਾਬਾ ਜੀ ਕਹਿੰਦੇ ਇਹ ਵੀ ਹੈਂਡਲ ਫੜ ਕੇ ਚੜੀ ਹੈ ਨਾ, ਆਹ ਟ੍ਰੇਨ ਤੇ ਚੜੀ ਹੈ। ਹਾਂ ਜਿੱਥੇ ਪਹੁੰਚੀ ਹੈ ਹੈਂਡਲ ਫੜ ਕੇ ਪਹੁੰਚੀ। ਬਾਬਾ ਜੀ ਕਹਿੰਦੇ ਉਹ ਹੈਂਡਲ ਹੋਣਾ ਜਿਹੜਾ ਕਹਿੰਦੀ ਹੈ ਬਾਕੀ ਚੀਜ਼ਾਂ ਛੱਡੋ, ਹੈਂਡਲ ਫੜੋ। ਹਾਂ ਕਿਉਂਕਿ ਉਹਨੂੰ ਪਤਾ ਹੈ ਹੈਂਡਲ ਫੜ ਕੇ ਕਿੰਨੀ ਕਾਮਯਾਬੀ ਮਿਲਦੀ ਹੈ। ਤੇ ਹੈਂਡਲ ਫੜ ਕੇ ਮੈਂ ਟ੍ਰੇਨ ਦੀ ਗੱਲ ਕਰ ਰਿਹਾ, ਟ੍ਰੇਨ ਦੀ ਗੱਲ, ਬੱਸ ਦੇ ਵਿੱਚ ਵੀ ਹੈਂਡਲ ਲੱਗਾ ਹੁੰਦਾ। ਬਾਬਾ ਜੀ ਕਹਿੰਦੇ ਵੈਸੇ ਤੇ ਜਰਨੈਲਾਂ ਤੋਂ ਵੀ ਲੱਗਾ ਹੁੰਦਾ। ਜਰਨੈਲਾਂ ਨੂੰ ਹੈਂਡਲ, ਬਾਬਾ ਜੀ ਕਹਿੰਦੇ ਹੈਂਡਲ ਕਰਨ ਵਾਲੀ ਗੱਲ ਕਰ ਰਹੇ ਉਹਨਾਂ ਨੇ ਵੀ ਹੈਂਡਲ ਕਰਕੇ, ਮੇਰਾ ਮਤਲਬ ਜੋ ਵੀ ਸਾਥ ਮਿੱਟੀ ਪਾਓ ਵਾਲਾ ਸਿਸਟਮ। ਹਾਂ ਤੇ ਉਹਦੇ ਬਾਅਦ ਜਨਾਬ ਅਗਲੀ ਖਬਰ ਜਿਹੜੀ ਆ ਉਹ ਆ ਜਨਾਬ ਤੁਹਾਡਾ ਸਾਡਾ ਜੇਦਾ ਚੰਗੜ। ਬੱਲੇ ਤੇਰੇ ਜੇਦੇ ਚੰਗੜ। ਉਹ ਜੇਦਾ ਚੰਗੜ ਜਿਹੜਾ ਜਨਾਬ ਉਹ ਹੁਣ ਨਵੀਂ ਲੈ ਕੇ, ਉਹ ਹਮੇਸ਼ਾ ਤੁਹਾਨੂੰ ਪਤਾ ਕਿ ਜੇਦਾ ਜਿਹੜਾ ਨਾ ਜੇਦਾ ਚੰਗੜ ਹੋ ਗਿਆ, ਜਾਂ ਪਿਆਰ ਨਾਲ ਉਹਨੂੰ ਜੇਦਾ ਕੰਜਰ ਵੀ ਕਹਿ ਸਕਦੇ ਆ। ਜੇਦਾ ਕੰਜਰ ਜਿਹੜਾ ਉਹ ਹੁਣ ਕੋਈ ਨਵੀਂ चीज़ां लेके आया। और की लेके आया? पाकिस्तान की इकोनॉमी का कोई इशू ही नहीं है। इसकी वजह यह है कि हम थोड़े में ठीक ठाक जिंदगी गुजार लेते हैं, हम बहुत ज़्यादा खुश हैं। आपको कोई एक शख्स ऐसा नहीं मिलेगा जिसे 24 घंटे में खाना ना मिला हो, जबकि इसके मुकाबले में आप यूरोप चले जाएं तो वहाँ आपको लोग मारे मारे फिरते मिलेंगे। यहाँ कोई मामू, कोई दोस्त मोहल्ले वाला या सप्लाई वेलफेयर वाला किसी ना किसी को खाना दे देगा। हाँ वो मेरा मतलब कह रहा कि भी साडे मुल्क च कोई गुरबत नहीं गी, कोई भुख नहीं गी। हाँ इत्थे साडा इकोनॉमी का कोई मसला नहीं गा। हाँ इत्थे सब रोटी खा के सौंदे। हाँ जेदे सब तो पहले तो तेरी स्टेटमेंट ते लख दी लानत आ। ਉਹਦੇ ਬਾਅਦ ਤੇਰੇ ਆ ਮੂੰਹ ਤੇ ਲੱਖ ਦੀ ਲਾਨਤ ਹੈ ਜਿੱਥੋਂ ਆ ਚੀਜ਼ ਨਿਕਲੀ ਹੈ, ਜਿੱਥੋਂ ਤੂੰ ਆ ਬਿਆਨ ਦਿੱਤਾ। ਓਏ ਬਗੈਰਤੀ ਆ ਬੇਸ਼ਰਮੀ, ਕੋਈ ਵੀ ਖੁਦਾ ਦਾ ਖੌਫ ਹੁੰਦਾ। ਲੋਕੀ ਭੁੱਖੇ ਮਰ ਰਹੇ ਥੇ, ਯਕੀਨ ਕਰੋ 2 ਵਕਤ ਦੀ ਰੋਟੀ ਨਹੀਂ ਲੱਭ ਰਹੀ। ਉਹ ਬਈ ਆ ਜਿਹੜੀ ਅੱਧੀ ਤੋਂ ਜ਼ਿਆਦਾ ਪਾਪੂਲੇਸ਼ਨ, ਅੱਧੀ ਤੋਂ ਵੀ ਬਹੁਤ ਜ਼ਿਆਦਾ ਪਾਪੂਲੇਸ਼ਨ ਜਿਹੜੀ ਆ ਉਹ ਸਟੰਟਡ ਗਰੋਥ ਆ। ਬੱਚਿਆਂ ਨੂੰ ਪੂਰਾ ਖੁਰਾਕ ਨਹੀਂ ਲੱਭਦੀ ਉਹਨਾਂ ਨੂੰ। ਆ ਸਾਰਾ ਲਿਖੀ ਪੜੀ ਗੱਲ ਹੋਈ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ। ਆ ਬਗੈਰਤ ਬੇਸ਼ਰਮ ਕਹਿੰਦਾ ਵਾ ਕਿ ਵੀ ਜੀ ਇੱਥੇ ਜੀ ਖਾਣੇ ਦੀ ਕੋਈ ਕਮੀ ਨਹੀਂ, ਉਹ ਖਾ ਕੇ ਸੌਂਦੇ ਸਾਰੇ, ਲਿਹਾਜ਼ਾ ਸਾਨੂੰ ਕੋਈ ਮਸਲਾ ਨਹੀਂ ਗਾ ਇਕਨੋਮੀ ਦਾ। ਹਾਂ ਸਾਡੀ ਬੜੀ ਬੱਲੇ ਬੱਲੇ। यूरोप च लोग मारे मारे फिरते।
ਉੱਥੇ ਯੂਰਪ 'ਚ ਲੋਕ ਮਾਰੇ ਫਾਰੇ ਫਿਰਦੇ ਆ ਜਿਨ੍ਹਾਂ ਨੂੰ ਹਫ਼ਤੇ ਦੇ ਪੈਸੇ ਦਿੰਦੀ ਹੈ ਹਕੂਮਤ, ਹਾਂਜੀ, ਖਾਣਾ ਪੀਣਾ ਇਹ ਉਹ ਸਾਰਾ। ਤਾਂ ਇਹ ਕਿੱਥੇ ਮਿਲਾ ਰਿਹਾ ਵਾ ਦੱਸੋ? ਕਹਿ ਰਿਹਾ ਕਿ ਉਹ ਫਰਕ ਹੈ, ਸਾਡਾ ਨਿਜ਼ਾਮ ਠੀਕ ਆ ਜੀ ਇੱਥੇ ਪਾਕਿਸਤਾਨੀ ਇਕਨੋਮੀ, ਇਹਨੂੰ ਕੋਈ ਬਿਹਤਰੀ ਦੀ ਜ਼ਰੂਰਤ ਨਹੀਂ ਗੀ ਬਈ ਜੇ ਤੈਨੂੰ ਮੋੜਾ ਲਵੇ। ਬਾਬਾ ਜੀ ਕਹਿੰਦੇ ਜੇਦਾ ਜਿਹੜਾ ਆ ਦੁਬਾਰਾ ਕੋਈ ਆਪਣਾ ਕੁਸ਼ਤਾ ਖਾ ਬੈਠਾ, ਕੁਸ਼ਤਾ ਖਾ ਕੇ ਇਦਾਂ ਦੀ ਕੁਸ਼ਤੀਆਂ ਕਰਦਾ ਰਹਿੰਦਾ। ਔਰ ਯਕੀਨ ਕਰੋ ਜੇਦੇ ਦਾ ਮੂੰਹ ਦੇਖੋ ਤੁਸੀਂ, ਅਖੀਰ ਲਾਨਤ ਪਈ ਹੋਈ ਇਹਦੇ ਮੂੰਹ ਤੇ ਝੂਠ ਬੋਲ ਬੋਲ ਕੇ। ਬਈ ਬੇਸ਼ਰਮ ਆਦਮੀ ਕਿ ਚਲੋ ਆਪਣਾ ਹੀ ਖਿਆਲ ਕਰ ਲਾ, ਇੰਨੀਆਂ ਲਾਹਨਤਾਂ ਜਿਹੜੀਆਂ ਪਈਆਂ ਹੋਈਆਂ ਤੇਰੇ ਮੂੰਹ ਤੇ, ਇਦਾਂ ਦੀਆਂ ਗੱਲਾਂ ਨਾ ਕਰਿਆ ਕਰ, ਇਦਾਂ ਦੀ ਬਗੈਰਤੀ ਨਾ ਕਰਿਆ ਕਰ। ਬੇਸ਼ਰਮੀ ਜਿਹੜੀ ਤੂੰ ਕਰਦਾ ਹੈ ਆ ਕੇ ਔਰ ਹਕੂਮਤ ਨੂੰ ਡਿਫੈਂਡ ਕਰਨ ਵਾਸਤੇ, ਔਰ ਆ ਜਿਹੜਾ ਉੱਤੇ ਬੈਠਾ ਫੀਲਡ ਮਾਰਸ਼ਲ ਔਰ ਸਾਰੀ ਕੰਪਨੀ ਸਰਕਾਰ ਨੂੰ ਆ ਕੇ ਤੂੰ ਜਿਹੜਾ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਅਕਲ ਨੂੰ ਹੱਥ ਮਾਰ। ਮੈਂ ਕਿਹਾ ਬਾਬਾ ਜੀ ਇਹਦਾ ਕੋਈ ਹੱਲ ਕੱਢੋ। ਬਾਬਾ ਜੀ ਕਹਿੰਦੇ ਜੇਦੇ ਦਾ। ਮੈਂ ਕਿਹਾ ਹਾਂਜੀ। ਬਾਬਾ ਜੀ ਕਹਿੰਦੇ ਨਹੀਂ ਜੇਦੇ ਦਾ ਕੋਈ ਹੱਲ ਨਹੀਂ। ਮੈਂ ਕਿਹਾ ਬਾਬਾ ਜੀ ਯਾਰ ਕੁਝ ਨਾ ਕੁਝ ਤੇ ਹੋਏ। ਬਾਬਾ ਜੀ ਕਹਿੰਦੇ ਯਾਰ ਜੇਦਾ ਜਿਹੜਾ ਨਾ, ਹਾਂ ਇਹਨੂੰ ਤੁਸੀਂ ਬਸ ਸਿਰਫ ਉਹ ਜੋਕਰ ਸਮਝ ਲਓ, ਹਾਂ ਕਿ ਜੋਕਰ ਆ ਕੇ ਤੁਹਾਨੂੰ ਹਸਾਉਂਦਾ ਇਦਾਂ ਦੀਆਂ ਗੱਲਾਂ ਕਰਕੇ। ਮੈਂ ਕਿਹਾ ਬਾਬਾ ਜੀ ਇੰਟੈਲੈਕਚੁਅਲ ਉਹ ਕਦੀ ਦੌਰ ਹੁੰਦਾ ਸੀ, ਅਸੀਂ ਕਹਿੰਦੇ ਸੀ ਕਿ ਜੇਦਾ ਜੀ ਆ ਗਏ, ਜੇਦਾ ਜੀ ਦਾ ਕਾਲਮ ਆ ਗਿਆ, ਇੰਤਜ਼ਾਰ ਹੁਣ ਜੇਦਾ ਜੀ ਦਾ ਕਾਲਮ ਆ ਗਿਆ, ਜੇਦਾ ਜੀ ਆ ਜੇਦਾ ਪਿਆ ਲੱਖ ਦੀਆਂ ਲਾਹਨਤਾਂ ਖਾ ਰਿਹਾ ਜੀ। ਆ ਇੰਟੈਲੈਕਚੁਅਲ ਇੱਧਰੋਂ ਉੱਧਰੋਂ ਲੈ ਕੇ ਚੀਜ਼ਾਂ, ਉਹ ਜਿਹੜਾ ਨਾ ਆਪਣਾ ਕਾਲਮ ਕੁਲਮ ਲਿਖ ਕੇ ਏਦਾਂ ਬੜੇ ਬੜੇ ਐਕਸਪੋਜ਼ ਹੋਏ, ਯਕੀਨ ਕਰੋ ਬੜੇ ਬੜੇ। ਲੇਕਿਨ ਜੇਦੇ ਦਾ ਯਕੀਨੀ ਦੁੱਖ ਹੋਇਆ। ਮੈਂ ਆਪ ਬੜਾ ਮੁਤਰਿਫ ਸੀ ਕਿ ਯਾਰ ਜੇਦਾ ਚੰਗੜ ਬੜਾ ਇੰਟੈਲੈਕਚੁਅਲ ਆ, ਯਕੀਨ ਕਰੋ। ਹਾਂ ਉਹ ਜਦੋਂ ਅੱਖਾਂ ਖੁੱਲੀਆਂ, ਰਜੀਮ ਚੇਂਜ ਹੋਈ, ਦੇਖਿਆ ਆ ਜਾ ਕੇ ਕੰਪਨੀ ਦੀ ਗੋਦੀ 'ਚ ਬੈਠਾ, ਫਿਰ ਸਮਝ ਆਈ ਕਿ ਉਸਤਾਦ ਆ ਸਾਰੇ ਦਗੜ ਦਿਲ ਦਗੜ 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 ਕਹਿ ਲਓ। ਹਾਂ ਬੇਗੈਰਤੀ ਔਰ ਬੇਸ਼ਰਮੀ ਜਿਹੜਾ ਨਾ ਉਹ ਲਿਪਟਿਆ ਹੋਇਆ। ਹੋਰ ਕੋਈ ਬਾਬਾ ਜੀ ਕਹਿੰਦੇ ਪੁੱਤਰ ਇਹਦਾ ਹੱਲ ਕੋਈ ਨਹੀਂ ਹੋ ਜਾਂਦੇ। ਬਾਬਾ ਜੀ ਸੁਣਾਉਂਦੇ ਕਿ ਉਹ ਤਾਂ ਠੀਕ ਹੈ ਯਾਰ, ਹੁਣ ਮੈਨੂੰ ਆ ਵੀ ਦੱਸ ਦੇ ਜ਼ਰਾ ਕਿ ਉਹ ਜਿਹੜੀ ਮਾਈ ਉੱਥੇ ਚਵਲਾ ਮਾਰ ਰਹੀ ਹੈ, ਉੱਥੇ ਕੋਈ ਡੱਡੂ ਨੇ ਵੀ ਚਵਲ ਮਾਰੀ? ਕੋਈ ਨਹੀਂ। ਮੈਂ ਕਿਹਾ ਨਹੀਂ ਬਾਬਾ ਜੀ ਡੱਡੂ ਨੇ ਕੋਈ ਚਵਲ ਨਹੀਂ ਮਾਰੀ, ਡੱਡੂ ਨਜ਼ਰ ਨਹੀਂ ਆਇਆ। ਹੋ ਸਕਦਾ ਆਇਆ ਜ਼ਰੂਰ ਹੋਣਾ, ਲੇਕਿਨ ਮੇਰੀਆਂ ਨਜ਼ਰਾਂ ਤੋਂ ਨਹੀਂ ਗੁਜ਼ਰੇ। ਹਾਂ ਬਾਬਾ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਕਿ ਡੱਡੂ ਨਾ, ਡੱਡੂ ਹੋਣਾ ਉੱਥੇ। ਬਾਬਾ ਜੀ ਕਹਿੰਦੇ ਜੇ ਹੋਇਆ ਤਾਂ ਤਸਵੀਰ ਖਿੱਚ ਕੇ ਮੈਨੂੰ ਭੇਜ। ਮੈਂ ਕਿਹਾ ਬਾਬਾ ਜੀ ਤੁਸੀਂ ਤਸਵੀਰ ਦੇਖ ਕੇ ਕੀ ਕਰਨਾ ਡੱਡੂ ਦੀ? ਬਾਬਾ ਜੀ ਕਹਿੰਦੇ ਯਾਰ ਤੈਨੂੰ ਪਤਾ ਫਿਰ, ਹਾਂ ਬਸ ਤਸਵੀਰ ਤੇ ਗੁਜ਼ਾਰਾ, ਹੋਰ ਤੇ ਗੁਜ਼ਾਰਾ ਹੈ ਹੀ ਕੋਈ ਨਹੀਂ। ਮੈਂ ਕਿਹਾ ਬਾਬਾ ਜੀ ਤਸਵੀਰ ਦੇਖ ਕੇ ਤੁਸੀਂ ਕਿੱਦਾਂ ਗੁਜ਼ਾਰਾ ਕਰਦੇ ਹੋ? ਬਾਬਾ ਜੀ ਕਹਿੰਦੇ ਆ ਫਿਰ ਦੱਸਣ ਵਾਲੀ ਗੱਲ ਨਹੀਂ ਹੈ। ਬਾਬਾ ਜੀ ਕਹਿੰਦੇ ਤਸਵੀਰ ਲੈ ਕੇ ਮੈਂ ਚਲਾ ਜਾਂਦਾ ਵਾ। ਮੈਂ ਕਿਹਾ ਕਿੱਥੇ? ਬਾਬਾ ਜੀ ਕਹਿੰਦੇ ਹੁਜਰੇ 'ਚ, ਉੱਥੇ ਜਾ ਕੇ ਮੈਂ ਚਿੱਲਾ ਕੱਟਦਾ ਵਾਂ, ਹਾਂ ਤੇ ਉੱਥੇ ਚਿੱਲਿਆਂ ਦੇ ਵਿੱਚ ਜਿਹੜਾ ਨਾ ਮੈਂ ਹਾਜ਼ਰ ਕਰਦਾ ਵਾਂ। ਮੈਂ ਕਿਹਾ ਬਾਬਾ ਜੀ ਕਿਹਨੂੰ ਹਾਜ਼ਰ ਕਰ ਲੈਂਦੇ ਹੋ? ਬਾਬਾ ਜੀ ਕਹਿੰਦੇ ਡੱਡੂ ਨੂੰ। ਮੈਂ ਕਿਹਾ ਡੱਡੂ ਆ ਕਿ ਕੋਈ ਜਿੰਨ ਆ ਹਾਜ਼ਰ ਕਰ ਲੈਂਦੇ? ਬਾਬਾ ਜੀ ਕਹਿੰਦੇ ਜਿੰਨ ਨਹੀਂ ਸਮਝ, ਇਨਸਾਨ ਨਹੀਂ ਹੈ। ਹਾਂ ਆ ਉਹਨੂੰ ਹਾਜ਼ਰ ਕਰ ਲੈਣਾ, ਉਹਦੇ ਨਾਲ ਮੈਂ ਬਹਿ ਕੇ ਮੈਂ ਪਿਆਰ ਦੀਆਂ ਗੱਲਾਂ ਕਰਦਾ। ਮੈਂ ਕਿਹਾ ਬਾਬਾ ਜੀ ਸਿਰਫ ਗੱਲਾਂ? ਬਾਬਾ ਜੀ ਕਹਿੰਦੇ ਹਾਂ ਬਸ ਗੱਲਾਂ ਹੀ ਸਮਝੇ ਤੁਸੀਂ।